ਜਦੋਂ ਮੈਨੂੰ ਇਤਲਾਹ ਹੋਈ ਹੈ ਕਿ ਵਾਲਦਾ ਦਾ ਨਾ ਫਾਲਜ ਦਾ ਨੁਕਸ ਹੋ ਗਿਆ, ਮੈਂ ਦਿਨ ਰਾਤ ਉਹਨਾਂ ਵਾਸਤੇ, ਕਿਉਂਕਿ ਔਲਾਦ ਹੀ ਇੱਕ ਸਦਕਾ ਜਾਰੀਆ ਹੈ, ਮੈਂ ਦਿਨ ਰਾਤ ਵਾਸਤੇ ਦੁਆ ਕਰਦੇ ਰਿਹਾ, ਅੱਲਾ ਮੇਰੀ ਮਾਂ ਨੂੰ ਉਨੀ ਜ਼ਿੰਦਗੀ ਦੇ ਦੇ ਕਿ ਮੈਨੂੰ ਰਿਹਾਈ ਦੇ ਦੇ, ਮੈਂ ਆਪਣੀ ਵਾਲਦਾ ਦੇ ਜਨਾਜ਼ੇ ਸ਼ਿਰਕਤ ਕਰ ਸਕਾਂ। ਲੇਕਿਨ ਮੇਰੇ ਅੱਲਾ ਦੇ ਫੈਸਲੇ ਨੇ। ਮੇਰੇ ਕਜ਼ਨ ਨੇ ਰਾਣਾ ਆਬਦ ਸਾਹਿਬ, ਉਹਨਾਂ ਨੇ ਕਿਸੇ ਦੋਸਤ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਵਾਲਦਾ ਫੌਤ ਹੋ ਗਈ। ਜਨਾਜ਼ੇ 'ਚ ਨਾ ਹੁੰਦਾ ਫਿਰ ਤੁਹਾਨੂੰ ਪਤਾ ਹੀ, ਵਕਤ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਸਕਿਆ ਕਿ ਮੇਰੀ ਵਾਲਦਾ ਦੇ ਅੱਜ ਮੈਂ ਜਨਾਜ਼ੇ 'ਚ ਵੀ ਸ਼ਰੀਕ ਨਹੀਂ ਹੋ ਸਕਿਆ। ਔਰ ਉਹਦੇ 'ਚ ਮੈਂ ਸਭ ਤੋਂ ਵੱਡਾ ਕਸੂਰਵਾਰ ਆਪਣੀ ਅਦਲੀਆ ਨੂੰ ਹੀ ਸਮਝਣਾ। ਜਿਸ ਖਲੂਸ ਨਾਲ, ਜਿਸ ਇਖਲਾਸ ਨਾਲ ਔਲਾਦ ਮਾਂ ਬਾਪ ਵਾਸਤੇ ਦੁਆ ਕਰ ਸਕਦੀ, ਦੁਨੀਆ ਦਾ ਕੋਈ ਮੌਲਵੀ ਨਹੀਂ ਕਰ ਸਕਦਾ। ਉਹ ਨਾ ਫਿਰ ਤਕਰੀਬਨ 10 ਸਾਲ ਦਾ ਅਰਸਾ ਜਿਹੜਾ ਨਾ, ਉਹ ਮੇਰੇ ਬੱਚਿਆਂ ਵਾਸਤੇ ਇੱਕ ਦਿਨ ਵੀ ਉਹਨਾਂ ਨੂੰ ਕਿਧਰੋਂ ਕੋਈ ਸਵਾਲ ਨਹੀਂ ਕਰਨਾ ਪਿਆ। ਉਹ ਕੰਮ ਕਰਨੇ ਨੇ ਜਿਹਦੇ ਨਾਲ ਮੈਂ ਤੇ ਅੱਜ ਅਜ਼ੀਅਤ ਕੱਟ ਚੱਲਾ ਵਾਂ, ਮੇਰਾ ਕੋ ਮਾਸ਼ਰੇ ਦਾ ਬੇਗਨਾ ਬੰਦਾ ਅਜ਼ੀਅਤ ਨਾ ਕੱਟੇ। ਹੁਣ ਕਿਸੇ ਦਾ ਝਗੜਾ ਹੁੰਦਾ, ਮੇਰੇ ਕਈ ਦੋਸਤ ਆਉਂਦੇ ਨੇ ਏਡੀ ਜਲਦੀ ਨਾ ਕਰਿਆ ਕਰ, ਲੇਕਿਨ ਮੈਂ ਕਿਸੇ ਦੇ ਘਰ ਵੀ ਚਲਾ ਜਾਣਾ ਕਿ ਯਾਰ ਸੁਲ੍ਹਾ ਕਰ ਲਓ, ਉੱਥੇ ਬੜੀ ਅਜ਼ੀਅਤ ਜੇ, ਉੱਥੇ ਇੱਜ਼ਤਾਂ ਵੀ ਮਹਿਫੂਜ਼ ਨਹੀਂ ਰਹਿੰਦੀਆਂ। ਅੱਛਾ, ਜੇਲ੍ਹ ਦੇ ਵਿੱਚੋਂ ਜਦੋਂ ਤੁਹਾਨੂੰ ਰਿਹਾਈ ਹੋਈ ਤੇ ਮੁਆਸ਼ਰੇ ਦਾ ਕੀ ਰਿਐਕਸ਼ਨ ਸੀ? ਮੁਆਸ਼ਰੇ ਨੇ ਤੁਹਾਨੂੰ ਕਿਹੜੀਆਂ ਨਜ਼ਰਾਂ ਨਾਲ ਵੇਖਿਆ? ਤੇ ਮਾਸ਼ਾਅੱਲਾ ਬਾਅਦ ਦੇ ਵਿੱਚ ਅਸਾਂ ਵੇਖਿਆ ਰਿਹਾਈ ਤੋਂ ਬਾਅਦ ਤੁਸੀਂ ਬਹੁਤ ਹੀ ਘੱਟ ਅਰਸੇ ਦੇ ਵਿੱਚ ਇੰਨੀ ਅੱਛੀ ਇੱਜ਼ਤ, ਇੰਨਾ ਅੱਛਾ ਮੁਕਾਮ ਹਾਸਲ ਕਰ ਲਿਆ। ਇਹਦਾ ਕੀ ਰਾਜ਼ ਹੈ? ਮੈਂ ਤੁਹਾਨੂੰ ਇਹ ਦੀਨ ਦੇ ਹਵਾਲੇ ਨਾਲ ਇੱਕ ਦੱਸਣਾ ਵਾ ਕਿ ਰਸੂਲੁल्लाह सल्लल्लाहु अलैहि वसल्लम ਨੂੰ ਅੱਲਾ ਨੇ 40 ਸਾਲ ਦੀ ਉਮਰ 'ਚ ਨਾ ਨਬੂਵਤ ਅਤਾ ਕੀਤੀ ਹੈ। 40 ਸਾਲ ਤੱਕ ਆਖਿਆ ਆਪਣਾ ਕਿਰਦਾਰ ਪੇਸ਼ ਕਰ। 40 ਸਾਲ ਤੋਂ ਬਾਅਦ 23 ਸਾਲ ਦਾ ਅਰਸਾ ਨਬੂਵਤ ਹੈ, ਤੇ 40 ਸਾਲ ਦੇ ਅਰਸੇ ਤੋਂ ਬਾਅਦ ਵੀ ਕਾਫਰ ਇਸ ਗੱਲ ਨਾਲ ਆਪ ਨੂੰ ਪੁਕਾਰਦੇ ਸਨ ਕਿ ਆਪ ਸਾਦਕ ਵੀ ਨੇ ਤੇ ਅਮੀਨ ਵੀ ਨੇ। ਇਹਦਾ ਮਤਲਬ ਕਿਰਦਾਰ ਦੀ ਅਹਿਮੀਅਤ ਜ਼ਿਆਦਾ ਹੈ। ਜੇ ਤੁਹਾਡਾ ਕਿਰਦਾਰ ਦਰੁਸਤ ਹੋਏ ਤਾਂ ਮਾਸ਼ਰਾ ਵੀ ਤੁਹਾਨੂੰ ਉਸ ਲਿਹਾਜ਼ ਨਾਲ ਹੀ ਇੱਜ਼ਤ ਦਿੰਦਾ ਹੈ। ਮੈਂ ਜਦੋਂ ਆਇਆ ਵਾਂ ਤੇ ਮੇਰਾ, ਕਿਉਂਕਿ ਜਿਹੜੇ ਮੈਂ ਪਨੀਰੀ ਛੱਡ ਕੇ ਗਿਆ ਸਾਂ ਜਵਾਨ ਹੋ ਗਈ ਸੀ, ਮਤਲਬ ਮੈਂ ਮਹਿਸੂਸ ਕੀਤਾ ਕਿ ਬੱਚੇ ਤੇ ਮੇਰੇ ਵਾਕਫ ਹੀ ਨਹੀਂ, ਲੇਕਿਨ ਜਿਹੜੇ ਮੇਰੇ ਪੁਰਾਣੇ ਦੋਸਤ ਸਨ ਨਾ, ਉਹਨਾਂ ਮੈਨੂੰ ਮਾਸ਼ਰੇ 'ਚ ਕੋਸ਼ਿਸ਼ ਕੀਤੀ ਕਿ ਮੇਰੇ ਕੰਧੇ ਨਾਲ ਕੰਧਾ ਲਾ ਕੇ, ਜਿਨ੍ਹਾਂ ਕੋਲੋਂ ਕਮੀਆਂ ਕੁਤਾਈਆਂ ਹੋ ਵੀ ਗਈਆਂ ਸਨ ਨਾ, ਮਤਲਬ ਮੈਂ ਜਦੋਂ ਜੇਲ੍ਹ 'ਚ ਚਲਾ ਗਿਆ, ਉਹ ਆਪਣੀਆਂ ਮਜਬੂਰੀਆਂ ਨਾਲ ਮੇਰੇ ਪਿੱਛੇ ਉਨੀ ਐਫਰਟ ਨਾ ਕਰ ਸਕੇ, ਕਿਉਂਕਿ ਲੰਮਾ ਪੀਰੀਅਡ ਸੀ। ਔਰ ਸਾਡੀ ਇੱਕ ਕਮਜ਼ੋਰੀ ਸਮਝ ਲਓ, ਅਸੀਂ ਐਜ਼ ਏ ਇਨਸਾਨੀਅਤ ਕਮਜ਼ੋਰ ਆ। ਜਿਹਨੂੰ 25 ਸਾਲ ਸਜ਼ਾ ਹੋ ਜਾਏ, ਦੋਸਤ ਸਮਝਦੇ ਨੇ ਹੁਣ ਕਿਹੜਾ ਆਉਣਾ। ਜੇਲ੍ਹ 'ਚ ਗਿਆ ਬੰਦਾ ਤੇ ਉਹ ਸਮਝ ਲਓ ਕਿ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਲੋਕ ਉਹਨੂੰ ਮਾਸ਼ਰੇ 'ਚ ਮਰਿਆ ਬੰਦਾ ਤਸਲੀਮ ਕਰਦੇ ਨੇ। ਜਦੋਂ ਆਇਆ ਤਾਂ ਫਿਰ ਸਾਰੇ ਦੋਸਤ ਦੁਬਾਰਾ ਤੋਂ ਜ਼ਿੰਦਾ ਹੋ ਗਏ। ਉਹਨਾਂ ਨੇ ਫਿਰ ਜਿਹੜੇ ਦੋਸਤਾਂ ਨਾਲ ਜਿੰਨਾ ਮੇਰਾ ਤਲਕ ਸੀ, ਉਹਨਾਂ ਮੈਨੂੰ ਸਹਾਰਾ ਦਿੱਤਾ ਕਿ ਯਾਰ ਇਸ ਮਾਸ਼ਰੇ 'ਚ ਨਾ ਹੁਣ ਚੱਲਣ ਵਾਸਤੇ ਨਾ, ਮੇਰੇ ਬੜੇ ਜਿਹੇ ਅੱਛੇ ਦੋਸਤ ਜਿਹੜੇ ਨੇ ਉਹ ਇਸ ਲੈਵਲ 'ਤੇ ਆ ਗਏ ਸਨ ਕਿ ਉਹ ਮੈਨੂੰ ਥੋੜ੍ਹੀ ਜਿਹੀ ਮੇਰੀ ਮਾਲੀ ਮਦਦ ਵੀ ਕਰ ਸਕਦੇ ਹਨ, ਮੈਨੂੰ ਉਹ ਟੋਰ ਸਕਦੇ ਸਨ। ਤੇ ਮੈਂ ਉਹਨਾਂ ਦੇ ਫਿਰ ਸਹਾਰੇ ਨਾਲ ਵੀ ਤੇ ਅੱਲਾ ਦੀ ਮਦਦ ਨਾਲ ਜਿਹੜਾ ਨਾ ਉਹ ਕੋਸ਼ਿਸ਼ ਕੀਤੀ ਕਿ ਆਪਣੇ ਕੰਮ ਨੂੰ ਨੇਕ ਨੀਤੀ ਨਾਲ ਕਰਨਾ ਹੈ, ਕਿਸੇ ਦੀ ਉਹ ਨੌਕਰੀ ਨਹੀਂ ਕਰਨੀ, ਆਪਣਾ ਕਾਰੋਬਾਰ ਕਰਨਾ ਹੈ, ਜਿਹਦੇ ਵਿੱਚ ਮੈਨੂੰ ਅੱਲਾ ਦੀ ਜ਼ਾਤ ਨੇ ਥੋੜ੍ਹੀ ਜਿਹੀ ਕਾਮਯਾਬੀ ਅਤਾ ਕੀਤੀ ਹੈ। ਜੇਲ੍ਹ ਦੇ ਐਸਾ ਕਿਹੜਾ ਵਾਕਿਆ ਹੈ ਜਿਹੜਾ ਹਾਰਟ ਟਚਿੰਗ ਹੀ, ਜਿਹੜਾ ਤੁਹਾਨੂੰ ਅੱਜ ਵੀ ਮਹਿਸੂਸ ਹੁੰਦਾ ਕਿ ਉਹ ਵਾਕਿਆ ਜੇਲ੍ਹ ਦੇ ਵਿੱਚ ਨਹੀਂ ਹੋਣਾ ਚਾਹੀਦਾ? ਮੈਂ ਸੋਚ ਵੀ ਨਹੀਂ ਤੁਸੀਂ ਸਕਦੇ ਕਿ ਮੈਂ ਇੱਕ ਦਿਨ ਚੀਫ ਜਿਹੜਾ ਹੁੰਦਾ ਨਾ, ਜੇਲ੍ਹ ਦਾ ਇੱਕ ਚੀਫ ਹੁੰਦਾ, ਉਹਦੇ ਮੈਂ ਨਜ਼ਦੀਕ ਬੈਠਾ ਸਾਂ। ਮੇਰੇ ਸਾਹਮਣੇ ਇੱਕ ਜੇਲ੍ਹ ਦਾ ਦੂਸਰਾ ਮੁਲਾਜ਼ਮ ਆਇਆ ਤੇ ਆਂਦਾ, ਚੀਫ ਸਾਹਿਬ ਫਲਾਂ ਆਦਮੀ ਦੇ ਮਗਰ ਅੱਜ ਜਿਹੜੀ ਔਰਤ ਆਈ ਹੈ ਨਾ ਮੁਲਾਕਾਤ ਤੇ, ਬਹੁਤ ਹਸੀਨ ਤੇ ਖੂਬਸੂਰਤ ਹੈ। ਬਰਦਾਸ਼ਤ ਵਾਲੀ ਗੱਲ ਨਹੀਂ ਸੀ, ਕਿਉਂਕਿ ਅਸੀਂ ਛੋਟੀਆਂ ਗੱਲਾਂ ਨੂੰ ਮਾਸ਼ਰੇ 'ਚ ਇੱਥੇ ਬਰਦਾਸ਼ਤ ਨਹੀਂ ਕਰਦੇ, ਲੇਕਿਨ ਉੱਥੇ ਸਾਡੀਆਂ ਇੱਜ਼ਤਾਂ ਦਾ ਖਿਲਵਾੜ ਹੁੰਦਾ ਹੈ। 7 ਪ੍ਰੋਸੈਸ ਨਾਲ ਗੁਜ਼ਰ ਕੇ ਮੁਲਾਕਾਤ ਹੁੰਦੀ ਹੈ। ਕੋਈ ਚੀਜ਼ ਸਾਡੇ ਤੱਕ ਸਾਫ਼ ਸੁਥਰੀ ਨਹੀਂ ਪਹੁੰਚ ਸਕਦੀ, ਲੇਕਿਨ ਅਸੀਂ ਮਾਸ਼ਰੇ ਦੇ ਆਪਣੇ ਦੋਸਤਾਂ ਦੀ ਛੋਟੀ ਜਿਹੀ ਗਲਤੀ ਤੇ ਕਈ ਦਫਾ ਕੋਸ਼ਿਸ਼ ਕਰਨੇ ਆ ਕਿ ਇਹਦੇ ਨਾਲ ਜੰਗ ਲੜ ਲਈ ਜਾਏ। ਔਰ ਬਾਅਦ ਦੇ ਵਿੱਚ ਜੋ ਸਾਡੀਆਂ ਔਰਤਾਂ ਨਾਲ, ਜੋ ਸਾਡੀ ਇੱਜ਼ਤ ਨਾਲ ਹੁੰਦਾ ਹੈ, ਸੋਚ ਵੀ ਨਹੀਂ ਸਕਦੇ। ਔਰ ਮੈਂ ਉਸ ਤੋਂ ਬਾਅਦ ਆਪਣੇ ਘਰ ਵਾਲਿਆਂ ਨੂੰ ਮਨਾ ਕੀਤਾ ਕਿ ਮੇਰੀ ਮੁਲਾਕਾਤ 'ਤੇ ਨਾ ਜਾਇਆ ਕਰੋ। ਸਾਡਾ ਮਾਸ਼ਰਾ ਇਹਨਾਂ ਚੀਜ਼ਾਂ ਨੂੰ ਕਬੂਲ ਨਹੀਂ ਕਰਦਾ, ਸਾਡੀਆਂ ਇੱਜ਼ਤਾਂ ਉੱਥੇ ਮਹਿਫੂਜ਼ ਨਹੀਂ ਰਹਿੰਦੀਆਂ। ਲੇਕਿਨ ਐਜ਼ ਏ ਇਨਸਾਨੀਅਤ ਨਾ ਬੀਵੀ ਕੋਲੋਂ ਬਚਿਆ ਜਾਂਦਾ, ਨਾ ਬੱਚਿਆਂ ਕੋਲ ਬਚਿਆ ਜਾਂਦਾ। ਉਹ ਬਾਪ ਦੀ ਸ਼ਫਕਤ ਤੋਂ ਕਿੰਝ ਮਰਹੂਮ ਰਹਿ ਸਕਦੇ ਨੇ। ਅੱਛਾ, ਮਾਸ਼ਾਅੱਲਾ ਅਸਾਂ ਸੁਣਿਆ ਵੇ ਕਿ ਤੁਸੀਂ ਜਦੋਂ ਜੇਲ੍ਹ ਤੋਂ ਬਾਹਰ ਆਏ, ਹੁਣ ਵੀ ਅਸੀਂ ਸੁਣਨੇ ਆ ਪਏ ਕਿ ਤੁਹਾਡੇ ਵਿੱਚ ਇੱਕ ਐਸੀ ਅੱਲਾਹ ਤਾਲਾ ਨੇ ਕੁਆਲਿਟੀ ਰੱਖ ਦਿੱਤੀ ਹੈ, ਤੁਸੀਂ ਝੱਟ ਦੇ ਵਿੱਚ ਸੁਲ੍ਹਾ ਕਰਾ ਦਿੰਦੇ ਹੋ। ਐਸੀ ਕਿਹੜੀ ਖੂਬੀ ਹੈ ਤੁਹਾਡੇ ਵਿੱਚ, ਐਸੀ ਕਿਹੜੀ ਕੁਆਲਿਟੀ ਹੈ ਜਿਹੜੀ ਅੱਲਾਹ ਤਾਲਾ ਨੇ ਤੁਹਾਨੂੰ ਦਿੱਤੀ ਹੈ? ਇਹ ਕੋਈ ਗੁਰ ਫਨ ਕਿਸੇ ਕੋਲ ਸਿੱਖਿਆ ਹੋਵੇ? ਮੈਂ ਜੀ ਜੇਲ੍ਹ ਦੇ ਵਿੱਚ ਜਾਣ ਤੋਂ ਪਹਿਲਾਂ ਮੇਰੇ ਉਸਤਾਦ ਮੁਹਤਰਮ ਨੇ, ਅੱਲਾ ਦੀ ਜ਼ਾਤ ਉਹਨਾਂ ਨੂੰ ਜੰਨਤ 'ਚ ਆਲਾ ਮੁਕਾਮ ਅਤਾ ਫਰਮਾਏ, ਹਾਜੀ ਅਸਲਮ ਚੀਮਾ ਸਾਹਿਬ ਸਨ ਬੇਗੋ ਵਾਲੇ ਤੋਂ, ਮਾਲੇ ਵਾਲੀਆ ਉਹਨਾਂ ਨੂੰ ਆਂਦੇ ਸਨ। ਉਹ ਜਦੋਂ ਮੈਨੂੰ ਥੋੜ੍ਹਾ ਜਿਹਾ ਸ਼ੌਕ ਹੋਇਆ ਨਾ ਤੇ ਮੈਂ ਉਹਨਾਂ ਕੋਲ ਬੈਠਣਾ ਕਰਨਾ, ਤੇ ਉਹ ਜਦੋਂ ਕਿਸੇ ਮਹਿਫਲ 'ਚ ਜਾਣਾ ਤਾਂ ਉਹਨਾਂ ਦੀ ਗੁਫ਼ਤਗੂ ਤੋਂ ਮੈਂ ਬੜਾ ਮੁਤਾਸਰ ਹੋਣਾ। ਤੇ ਮੈਂ ਇੱਕ ਦਿਨ ਉਹਨਾਂ 'ਤੇ ਸਵਾਲ ਕੀਤਾ, ਚਾਚਾ ਜੀ
ਤੁਸੀਂ ਬੜੀ ਜਲਦੀ ਸੁਲ੍ਹਾ ਕਰਵਾ ਛੱਡਦੇ ਹੋ। ਦੀ ਵਜ੍ਹਾ ਕਿ ਉਹਨਾਂ ਕਿਹਾ ਪੁੱਤਰ ਜਦੋਂ ਮੁਖਲਸ ਹੋਈਏ ਤੇ ਅੱਲਾ ਮਦਦ ਕਰਦਾ ਹੈ। ਤੇ ਮੈਂ ਆਪਣੇ ਜ਼ਿਹਨ ਨਾਲ ਫਿਰ ਇਰਾਦਾ ਕਰ ਲਿਆ ਕਿ ਜਦੋਂ ਮੈਂ ਜੇਲ੍ਹ 'ਚ ਦੀਨ ਨੂੰ ਵੀ ਸਿੱਖਿਆ ਤੇ ਮੈਂ ਸਮਝਿਆ ਕਿ ਯਾਰ ਮੈਂ ਹੁਣ ਉਹ ਕੰਮ ਕਰਨੇ ਨੇ ਜਿਹਦੇ ਨਾਲ ਮੈਂ ਤੇ ਅੱਜ ਅਜ਼ੀਅਤ ਕੱਟ ਚੱਲਾਂ ਵਾਂ, ਮੇਰਾ ਕੋ ਮਾਸ਼ਰੇ ਦਾ ਬੇਗਨਾ ਬੰਦਾ ਅਜ਼ੀਅਤ ਨਾ ਕੱਟੇ। ਹੁਣ ਕਿਸੇ ਦਾ ਝਗੜਾ ਹੁੰਦਾ, ਮੇਰੇ ਕਈ ਦੋਸਤ ਆਂਦੇ ਨੇ ਏਡੀ ਜਲਦੀ ਨਾ ਕਰਿਆ ਕਰ, ਲੇਕਿਨ ਮੈਂ ਕਿਸੇ ਦੇ ਘਰ ਵੀ ਚਲਾ ਜਾਣਾ ਕਿ ਯਾਰ ਸੁਲ੍ਹਾ ਕਰ ਲਓ, ਉੱਥੇ ਬੜੀ ਅਜ਼ੀਅਤ ਜੇ, ਉੱਥੇ ਇੱਜ਼ਤਾਂ ਵੀ ਮਹਿਫੂਜ਼ ਨਹੀਂ ਰਹਿੰਦੀਆਂ। ਇਸ ਵਾਸਤੇ ਮੈਂ ਉਹ ਹਾਜੀ ਅਸਲਮ ਸਾਹਿਬ ਦੀ ਗੁਫ਼ਤਗੂ ਤੋਂ ਮੁਤਾਸਰ ਹੋ ਕੇ ਜ਼ਿਹਨ ਬਣਾ ਲਿਆ ਕਿ ਸੁਲ੍ਹਾ ਕਰਾਣੀ ਹੈ। ਔਰ ਅੱਜ ਮਾਸ਼ਰੇ 'ਚ ਬਹੁਤ ਘੱਟ ਹੋ ਗਿਆ ਮੁਖਲਸ ਦੋਸਤ ਜਿਹੜੇ ਕਿ ਇਹਦੀ ਸੁਲ੍ਹਾ ਕਰਾਉਣਾ ਪਸੰਦ ਕਰਦੇ ਨੇ। ਉਂਝ ਮੈਂ ਆਪਣੇ ਸਾਰੇ ਦੋਸਤਾਂ ਨੂੰ ਇਸ ਪਾਸੇ ਲਾ ਲਿਆ ਕਿ ਯਾਰ ਜੇ ਕਿਸੇ ਦਾ ਕੋਈ ਲੜਾਈ ਝਗੜਾ ਹੋ ਜਾਏ ਤੇ ਫੌਰਨ ਸੁਲ੍ਹਾ ਕਰਾ ਦਿਆ ਕਰੋ, ਇਹਦੇ 'ਚ ਅੱਲਾ ਬਹੁਤ ਰਾਜ਼ੀ ਹੋ ਜਾਂਦਾ ਹੈ ਔਰ ਨੀਅਤ ਤੁਹਾਡੀ ਮੇਰੇ ਰੱਬ ਦੀ ਰਜ਼ਾ ਹੋਣੀ ਚਾਹੀਦੀ ਹੈ। ਜਦੋਂ ਤੁਹਾਨੂੰ ਇਸ ਗੱਲ ਦਾ ਪਤਾ ਵੀ ਸੀ ਤੁਸੀਂ ਬੇਗੁਨਾਹ ਹੋ, ਪੁਲਿਸ ਵਾਲੇ ਜਿਹਨੂੰ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੂੰ ਵੀ ਪਤਾ ਸੀ ਤੁਸੀਂ ਬੇਗੁਨਾਹ ਹੋ, ਫਿਰ ਵੀ ਇੱਕ ਆਪਣੀ ਜਵਾਨੀ ਤੁਸੀਂ ਜੇਲ੍ਹ ਦੇ ਵਿੱਚ ਗੁਜ਼ਾਰੀ ਹੈ, ਕੀ ਵਜ੍ਹਾ ਇਹ ਬਣੀ ਕਿ ਤੁਸੀਂ ਜੇਲ੍ਹ ਦੇ ਵਿੱਚ ਇੰਨੀ ਜਿਹੜੀ ਮੁੱਦਤ ਹੈ ਗੁਜ਼ਾਰੀ? ਕਿਉਂ ਤੁਸੀਂ 10 ਸਾਲ ਦੀ ਜੇਲ੍ਹ ਗੁਜ਼ਾਰੀ? ਤੁਹਾਨੂੰ ਪਤਾ ਵੀ ਸੀ ਤੁਸੀਂ ਬੇਗੁਨਾਹ ਹੋ। ਮੈਂ ਜੋ ਮੇਰੀ ਜੋ ਰਿਸਰਚ ਆਇਆ ਨਾ, ਪੁਲਿਸ ਕਿਸੇ ਨਾਲ ਜ਼ੁਲਮ ਨਹੀਂ ਕਰਦੀ। ਪੁਲਿਸ 302 ਦੇ ਮਾਮਲੇ 'ਚ ਕਿਸੇ ਬੰਦੇ ਬੇਗੁਨਾਹ ਨੂੰ ਗੁਨਾਹਗਾਰ ਨਹੀਂ ਲਿਖਦੀ ਔਰ ਗੁਨਾਹਗਾਰ ਨੂੰ ਬੇਗੁਨਾਹ ਨਹੀਂ ਲਿਖਦੀ। ਜੋ ਹਕਾਇਕ ਸਨ ਨਾ ਪੁਲਿਸ ਨੇ ਉਹ ਲਿਖੇ ਸਨ, ਮੈਂ ਬੇਗੁਨਾਹ ਸਾਂ, ਉਹਨਾਂ ਲਿਖਿਆ ਸੀ ਬੇਗੁਨਾਹ। ਲੇਕਿਨ ਸਾਡੀ ਅਦਲੀਆ ਦਾ ਨਿਜ਼ਾਮ ਐਡਾ ਗੰਦਾ ਹੈ, 50% ਅਦਲੀਆ ਜ਼ੁਲਮ ਪੇ ਕਰਦੀ ਹੈ ਔਰ 40% ਸਾਡਾ ਮਾਸ਼ਰਾ ਜਿਹੜਾ ਨਾ ਉਹ ਲੋਕਾਂ ਨਾਲ ਜ਼ਿਆਦਤੀ ਕਰਦਾ। ਜੇ ਮੈਂ ਕਤਲ ਕੀਤਾ ਨਹੀਂ ਸੀ ਤੇ ਮੇਰੇ ਤੇ FIR ਤਾਂ ਨਹੀਂ ਸੀ ਹੋਣੀ ਚਾਹੀਦੀ। ਅਗਰ ਮੈਂ ਥਾਣੇ ਚਲਾ ਗਿਆ ਤਾਂ ਫਿਰ ਥਾਣੇ ਇਨਵੈਸਟੀਗੇਸ਼ਨ ਦਾ ਨਿਜ਼ਾਮ ਐਡਾ ਅੱਛਾ ਹੁੰਦਾ ਕਿ ਮੈਨੂੰ ਥਾਣੇ 'ਚੋਂ ਛੱਡ ਦਿੰਦੇ। ਲੇਕਿਨ ਕਿਉਂਕਿ ਅਸੀਂ ਇਸ ਤਰ੍ਹਾਂ ਦਾ ਆਪਣੇ ਕਾਨੂੰਨ ਨੂੰ ਬਾਉਂਡ ਕਰ ਛੜਿਆ, ਅਮੀਰ ਵਾਸਤੇ ਹੋ ਰਹੇ ਤੇ ਗਰੀਬ ਵਾਸਤੇ ਹੋ ਰਹੇ, ਲਿਹਾਜ਼ਾ ਅਦਲੀਆ ਸਾਡੇ ਮੁਲਕ ਦਾ ਕਰਪਟ ਤਰੀਨ ਅਦਾਰਾ ਹੈ, ਇਹਦੀ ਇਸਲਾਹ ਦੀ ਬਹੁਤ ਜ਼ਰੂਰਤ ਹੈ। ਔਰ ਮੇਰੇ ਕੋਲ ਕੋਈ ਦੋਸਤ ਮਸ਼ਵਰਾ ਲਵੇ, ਕਿਸੇ ਜਸਟਿਸ ਨੇ ਕੋਈ ਮਸ਼ਵਰਾ ਲੈਣਾ ਹੋਵੇ ਤੇ ਮੈਂ ਜੇਲ੍ਹਾਂ ਦਾ ਨਿਜ਼ਾਮ, ਅਦਲੀਆ ਦੇ ਨਿਜ਼ਾਮ 'ਚ ਜਿਹੜੇ ਖੰਮ ਨੇ ਉਹ ਅੱਲਾ ਦੀ ਜ਼ਾਤ ਨੇ ਮੈਨੂੰ ਤਾਕਤ ਦਿੱਤੀ ਹੈ ਕਿ ਮੈਂ ਉਹ ਦੂਰ ਕਰਾ ਸਕਣਾ, ਮੇਰੇ ਕੋਲ ਕੋਈ ਮਸ਼ਵਰਾ ਲਵੇ। ਔਰ ਉਮੀਦ ਹੈ ਅੱਲਾ ਦੇ ਘਰ ਕਿ ਅਗਰ ਜਸਟਿਸ ਸਿਸਟਮ ਠੀਕ ਹੋਵੇ ਤਾਂ ਜੇਲ੍ਹਾਂ ਖਾਲੀ ਹੋ ਜਾਣ। ਸਿਰਫ 2 ਕਿਸਮ ਦੇ ਲੋਕ ਜਿਹੜੇ ਨਾ ਉਹ ਜੇਲ੍ਹ 'ਚ ਗੰਦੇ ਨੇ, ਜਰਾਇਮ ਪੇਸ਼ਾ ਨੇ ਔਰ ਉਹਨਾਂ ਨੂੰ ਜੇਲ੍ਹ 'ਚ ਹੋਣਾ ਵੀ ਲੈਦਾ ਚਾਹੀਦਾ। ਇੱਕ ਜਰਾਇਮ ਜਿਹੜਾ ਮਨਸ਼ਿਆਤ ਫਰੋਸ਼ ਨੇ ਔਰ ਇੱਕ ਡਕੇਟ ਨੇ। ਇਹਨਾਂ ਨਾਲ ਪੁਲਿਸ ਮਾੜੀ ਮੋਟੀ ਜਿਹੜੀ ਹੈ ਨਾ ਉਹ ਜ਼ਿਆਦਤੀ ਕਰ ਦਿੰਦੀ ਹੈ। ਮਸਲਨ ਕਿਸੇ ਨੇ ਇੱਕ ਡਕੇਟੀ ਕੀਤੀ ਤੇ ਉਹਦੇ 4 ਪਾਤੀਆਂ, ਕਿਸੇ ਕੋਲੋਂ ਪਾ ਫੜੀ ਗਈ ਹੈ ਤੇ ਉਹਦੇ 2 ਕਿਲੋ ਪਾ ਦਿੱਤੀ। ਲੇਕਿਨ ਮੈਂ ਅੱਜ ਤੱਕ ਹੋਰ ਕਿਸੇ ਬੇਗੁਨਾਹ ਬੰਦੇ ਨੂੰ 302 'ਚ ਮੁਲਵਸ ਕਰਦਿਆਂ ਪੁਲਿਸ ਦਾ, ਮੈਂ 10 ਸਾਲ ਲੋਕਾਂ ਦੇ ਕੇਸ ਪੜ੍ਹਦਾ ਰਿਹਾ ਵਾਂ, ਲੋਕਾਂ ਨੂੰ ਸਮਝਾਉਂਦਾ ਰਿਹਾ ਵਾਂ, ਮੈਂ ਕਿਸੇ ਬੰਦੇ ਨਾਲ ਪੁਲਿਸ ਨੂੰ ਜ਼ੁਲਮ ਕਰਦਿਆਂ 302 ਦੇ ਮਾਮਲੇ 'ਚ ਨਹੀਂ ਵੇਖਿਆ। ਅਦਾਲਤਾਂ ਕੋਲੋਂ 90% ਜ਼ੁਲਮ ਹੁੰਦਾ ਹੈ। ਠੀਕ ਹੋ ਗਿਆ। ਮਾਸ਼ਾਅੱਲਾ, ਸਾਂ ਸੁਣਿਆ ਵੇ ਕਿ ਤੁਹਾਡੀ ਬਚਪਨ ਦੀ ਦੋਸਤੀ ਹਜੇ ਤੱਕ ਵੀ ਕਾਇਮ ਹੈ। ਇਹ ਕਿਹੜੀ ਵਜ੍ਹਾ ਕਿ ਹਜੇ ਤੱਕ ਵੀ ਮਾਸ਼ਾਅੱਲਾ ਤੁਸੀਂ ਬੁੱਢੇ ਹੋਣ ਦਿਓ ਪਰ ਹਜੇ ਤੱਕ ਵੀ ਤੁਹਾਡੀ ਦੋਸਤੀ ਕਿਸ ਤਰ੍ਹਾਂ ਕਾਇਮ ਹੈ? ਮੈਂ ਆਪਣੇ ਦੋਸਤਾਂ ਨਾਲ ਇੱਕ ਦੋਸਤੀ ਦਾ ਮਿਆਰ ਰੱਖਿਆ। ਬਚਪਨ ਦੇ ਦੋਸਤ ਅੱਜ ਤੱਕ ਦੋਸਤ ਨੇ। ਜਿਹੜੀਆਂ ਉਹਨਾਂ ਦੀਆਂ ਬੁਰਾਈਆਂ ਹੁੰਦੀਆਂ ਨੇ ਉਹਨਾਂ ਵਾਸਤੇ ਇੱਕ ਕਬਰ ਖੋਦੀ ਹੈ, ਸਾਰੀਆਂ ਬੁਰਾਈਆਂ ਨੂੰ ਉਹਦੇ 'ਚ ਦਫਨ ਕਰ ਦਈਦਾ, ਉਹਨਾਂ ਦੀਆਂ ਅੱਛਾਈਆਂ ਨੂੰ ਗਲੇ ਲਾ ਕੇ ਤੇ ਬਸ ਦੋਸਤੀ ਨਾਲ ਵਕਤ ਗੁਜ਼ਾਰੀਦਾ। ਇਹ ਦੋਸਤਾਂ ਨੇ ਜਿਹੜੀ ਤੁਹਾਡੇ ਵਾਸਤੇ ਐਫਰਟ ਕੀਤੀ, ਤੁਹਾਡੇ ਬੱਚਿਆਂ ਵਾਸਤੇ ਕੀਤੀ ਤੇ ਤੁਹਾਡੇ ਰਿਸ਼ਤੇਦਾਰਾਂ ਜਿਹੜੀ ਐਫਰਟ ਕੀਤੀ ਸੀ ਉਹ ਜ਼ਰਾ ਦੱਸਿਓ ਜੀ। ਮੇਰੇ ਜਦੋਂ ਮੈਂ ਜੇਲ੍ਹ 'ਚ ਗਿਆ ਵਾਂ 10 ਸਾਲ ਦਾ ਪੀਰੀਅਡ ਹੈ, ਬਹੁਤ ਬੜਾ ਪੀਰੀਅਡ ਹੈ। ਮੇਰੇ ਇੱਕ ਬ੍ਰਦਰ ਇਨ ਲਾ ਨੇ ਹਾਜੀ ਨਵਾਰ ਲਈ ਸ਼ਾਹ ਸਾਹਿਬ, ਮੇਰੀ ਫੁੱਫੀ ਦੇ ਬੇਟੇ ਵੀ ਨੇ, ਉਹ ਜੇਲ੍ਹ 'ਚ ਮੇਰੀ ਮੁਲਾਕਾਤ ਕਰਨ ਗਏ ਤੇ ਜਦੋਂ ਉਹਨਾਂ ਮੇਰੇ ਨਾਲ ਮੁਲਾਕਾਤ ਕੀਤੀ ਤੇ ਬੱਚੇ ਅਜੇ ਛੋਟੇ ਛੋਟੇ ਸਨ। ਬੇਟੀ ਮੇਰੀ ਦੀ ਉਮਰ 5 ਸਾਲ ਸੀ, ਛੋਟੇ ਬੇਟੇ ਦੀ ਉਮਰ 3 ਸਾਲ ਸੀ, ਬੇਟੀ ਦੀ 1.5 ਸਾਲ ਸੀ ਜਦੋਂ ਮੈਂ ਫੜਿਆ ਗਿਆ। ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਮੈਂ ਕੀ ਕਰ ਸਕਣਾ। ਉਹ ਕੁਵੈਤ ਇੰਜੀਨੀਅਰ ਨੇ, ਮਾਸ਼ਾਅੱਲਾ ਅੱਛੀ ਸੈਲਰੀ ਉਹਨਾਂ ਦੀ। ਤੇ ਮੈਂ ਉਹਨੂੰ ਕਿਹਾ ਮੇਰੇ ਬੱਚੇ ਕੋਈ ਦੁੱਖ ਨਾ ਵੇਖਣ। ਉਹ ਨਾ ਫਿਰ ਤਕਰੀਬਨ 10 ਸਾਲ ਦਾ ਅਰਸਾ ਜਿਹੜਾ ਨਾ ਉਹ ਮੇਰੇ ਬੱਚਿਆਂ ਵਾਸਤੇ ਇੱਕ ਦਿਨ ਵੀ ਉਹਨਾਂ ਨੂੰ ਕਿਧਰੋਂ ਕੋਈ ਸਵਾਲ ਨਹੀਂ ਕਰਨਾ ਪਿਆ। ਉਹ 10,000 ਰੁਪਇਆ ਮਹੀਨੇ ਦਾ, ਔਰ ਜਦੋਂ ਵੀ ਕਿਧਰੇ ਕੋਈ ਕੇਸ ਕਰਨਾ ਪੈਂਦਾ ਸੀ ਲੱਖ ਰੁਪਇਆ ਜਿਹੜਾ ਨਾ ਉਦੋਂ ਵੀ ਉਹ ਘੱਲ ਦਿੰਦੇ ਸਨ। ਇਸ ਵਾਸਤੇ ਮੈਂ ਉਹਨਾਂ ਦਾ ਅਹਿਸਾਨ ਰਹਿੰਦੀ ਦੁਨੀਆ ਤੱਕ ਨਹੀਂ ਦੇ ਸਕਦਾ ਜਿਨ੍ਹਾਂ ਮੇਰੇ ਬੱਚਿਆਂ ਵਾਸਤੇ ਐਫਰਟ ਕੀਤੀ ਕਿ ਮੇਰੇ ਬੱਚਿਆਂ ਨੂੰ ਕਿਸੇ ਦੇ ਸਵਾਲ ਕਰਨ ਦੀ ਜ਼ਰੂਰਤ ਨਹੀਂ ਮਹਿਸੂਸ ਹੋਈ। ਅੱਜ ਉਹਨਾਂ ਦੀ ਵਜ੍ਹਾ ਤੋਂ ਮੇਰੇ ਬੱਚੇ, ਮੇਰੀ ਬੀਵੀ ਨੂੰ ਕ੍ਰੈਡਿਟ ਜਾਂਦਾ ਹੈ ਜਿਹਨੇ ਬੱਚਿਆਂ ਦੀ ਐਡੀ ਆਲਾ ਤਾਲੀਮ ਉਹਨਾਂ ਨੂੰ ਦਿਲਵਾਈ ਹੈ, ਉਹਨਾਂ ਦੀ ਇੰਨੀ ਕੁ ਪਰਵਰਿਸ਼ ਕੀਤੀ ਕਿ ਅੱਜ ਮੇਰੇ ਐਡੇ ਕੁ ਤਾਬਿਆਦਾਰ ਨੇ। ਮੈਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਮੇਰੀ ਜੇਲ੍ਹ 'ਚ ਮੇਰੇ ਨਾਲ ਕੋਈ ਜ਼ਿਆਦਤੀ ਹੋ ਗਈ ਹੈ। ਮੈਂ ਸਮਝਦਾ ਮੇਰੇ ਰੱਬ ਦੀ ਰਜ਼ਾ ਇਹ ਸੀ, ਮੈਨੂੰ ਕੋਈ ਨੁਕਸਾਨ ਨਹੀਂ ਹੋਇਆ। ਮੇਰੇ ਬੱਚੇ ਅੱਜ ਪੜ੍ਹ ਗਏ ਨੇ, ਕਾਮਯਾਬ ਨੇ, ਆਪਣੀ ਆਪਣੀ ਜਗ੍ਹਾ 'ਤੇ ਸੈੱਟ ਨੇ। ਮੈਂ ਸਮਝਦਾ ਕਿ ਮੇਰੇ ਅੱਲਾ ਦਾ ਹੀ ਕਰਮ ਸੀ। ਮੇਰੇ ਦੋਸਤਾਂ ਜੋ ਜਦੋਂ ਮੈਂ ਬਾਹਰ ਆਇਆ ਤੇ ਹਮਾਦ ਭੱਟ ਸਾਹਿਬ ਨੇ
ਚੌਧਰੀ ਨਈ ਚੀਮਾ ਸਾਹਿਬ ਨੇ, ਨਈਅਰ ਨਵਾਜ਼ ਚੀਮਾ ਸਾਹਿਬ ਨੇ। ਮਤਲਬ ਮੈਂ ਕਿਸੇ ਦੋਸਤ ਦਾ ਵੀ ਸਾਰਿਆਂ ਦਾ ਨਾਂ ਲਵਾਂ, 6 ਦੋਸਤ ਐਸੇ ਨੇ ਜਿਨ੍ਹਾਂ ਨੇ ਬੜੀ ਐਫਰਟ ਕੀਤੀ ਤੇ ਮੈਨੂੰ ਸਟੈਂਡ ਕੀਤਾ। ਤੇ ਮੈਂ ਫਿਰ ਇਸ ਕਾਬਲ ਹੋ ਗਿਆ ਕਿ ਮੈਂ ਇਲੈਕਟ੍ਰੋਨਿਕਸ ਦਾ ਕੰਮ ਸ਼ੁਰੂ ਕੀਤਾ। ਤੇ ਅੱਲਾ ਦੀ ਜ਼ਾਤ ਜਦੋਂ ਕਿਸੇ ਦੀ ਮਦਦ ਕਰਨਾ ਚਾਹੁੰਦੀ ਹੈ ਨਾ, ਫਿਰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ। ਅੱਜ ਮਾਸ਼ਾਅੱਲਾ ਮੇਰਾ ਜ਼ਾਤੀ ਮਕਾਨ ਹੈ, ਮੈਂ ਪ੍ਰਾਪਰਟੀ ਦਾ ਵੀ ਨਾਲ ਕੰਮ ਕਰਨਾ ਵਾ, ਨਾਲ ਇਲੈਕਟ੍ਰੋਨਿਕਸ ਦਾ ਕੰਮ ਕਰਨਾ। ਔਰ ਮੇਰੇ ਕੋਲ ਬਹੁਤ ਮੈਂ ਸਮਝਣਾ ਕਿ ਮੈਨੂੰ ਅੱਜ ਅੱਲਾ ਨੇ ਸਾਰੀਆਂ ਮੇਰੀਆਂ 10 ਸਾਲ ਦੀਆਂ ਕਮੀਆਂ ਨੂੰ ਪੂਰੀਆਂ ਕਰ ਦਿੱਤਾ ਹੈ। ਔਰ ਮੇਰੇ ਦੋਸਤਾਂ ਦੇ ਉਹਦੇ 'ਚ ਬੜੀ ਐਫਰਟ ਹੈ। ਜਿਹੜੇ ਮੇਰੇ ਬਚਪਨ ਦੇ ਦੋਸਤ ਹਨ, ਤਾਰਕ ਮੂੰਹ ਚੀਮਾ ਸਾਹਿਬ, ਉਹ ਵੀ ਅੱਜ ਕੱਲ੍ਹ ਯੂਰਪ ਨੇ, ਨਈਅਰ ਚੀਮਾ ਸਾਹਿਬ ਯੂਰਪ ਨੇ, ਇਹਨਾਂ ਮੈਨੂੰ ਸਟੈਂਡ ਕਰਨ 'ਚ ਮੈਨੂੰ ਕਾਫੀ ਮੇਰੀ ਮਦਦ ਕੀਤੀ ਹੈ। ਅਜਰ ਅਗਲਾ ਸਵਾਲ ਮੈਂ ਕਰਨ ਲੱਗਾ ਤੁਹਾਡੇ ਨਾਲ, ਇਹ ਸਵਾਲ ਕਰਦਿਆਂ ਵੀ ਮੈਂ ਆਪੀ ਬੜਾ ਐਜ਼ ਅ ਹੋਸਟ ਬੜਾ ਇਮੋਸ਼ਨਲ ਫੀਲ ਕਰਾਂਗਾ। ਜੇਲ੍ਹ ਦੇ ਵਿੱਚ ਤੁਹਾਡੀ ਵਾਲਦਾ ਦੀ ਵਫਾਤ ਹੋ ਗਈ। ਜੇਲ੍ਹ ਦੇ ਵਿੱਚ ਤੁਹਾਨੂੰ ਜਦੋਂ ਪਤਾ ਲੱਗਿਆ ਕਿ ਤੁਹਾਡੀ ਵਾਲਦਾ ਵਫਾਤ ਪਾ ਚੁੱਕੇ ਨੇ, ਤੇ ਤੁਹਾਡਾ ਕੀ ਰਿਐਕਸ਼ਨ ਸੀ? ਉਦੋਂ ਇਲਾਵਾ ਤੁਸੀਂ ਆਪਣੀ ਮਾਂ ਦੇ ਜਨਾਜ਼ੇ ਤੇ ਵੀ ਸ਼ਰੀਕ ਨਹੀਂ ਹੋ ਸਕੇ, ਤੇ ਤੁਹਾਡਾ ਰਿਐਕਸ਼ਨ ਕੀ ਸੀ ਉਦੋਂ? ਜਦੋਂ ਮੈਨੂੰ ਇਤਲਾਹ ਹੋਈ ਹੈ ਕਿ ਵਾਲਦਾ ਦਾ ਫਾਲਜ ਦਾ ਨੁਕਸ ਹੋ ਗਿਆ, ਮੈਂ ਦਿਨ ਰਾਤ ਉਹਨਾਂ ਵਾਸਤੇ, ਕਿਉਂਕਿ ਔਲਾਦ ਹੀ ਇੱਕ ਸਦਕਾ ਜਾਰੀਆ ਹੈ, ਮੈਂ ਦਿਨ ਰਾਤ ਵਾਸਤੇ ਦੁਆ ਕਰਦਾ ਰਿਹਾ, ਅੱਲਾ ਮੇਰੀ ਮਾਂ ਨੂੰ ਉਨੀ ਜ਼ਿੰਦਗੀ ਦੇ ਦੇ ਕਿ ਮੈਨੂੰ ਰਿਹਾਈ ਦੇ ਦੇ, ਮੈਂ ਆਪਣੀ ਵਾਲਦਾ ਦੇ ਜਨਾਜ਼ੇ ਸ਼ਿਰਕਤ ਕਰ ਸਕਾਂ। ਲੇਕਿਨ ਮੇਰੇ ਅੱਲਾ ਦੇ ਫੈਸਲੇ ਨੇ। ਮੇਰੇ ਕਜ਼ਨ ਨੇ ਰਾਣਾ ਆਬਦ ਸਾਹਿਬ, ਉਹਨਾਂ ਨੇ ਕਿਸੇ ਦੋਸਤ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਵਾਲਦਾ ਫੌਤ ਹੋ ਗਈ। ਜਨਾਜ਼ੇ 'ਚ ਨਾ ਹੁੰਦਾ ਫਿਰ ਤੁਹਾਨੂੰ ਪਤਾ ਹੀ ਹੈ, ਵਾਲਦੈਨ ਉਹ ਹਸਤੀਆਂ ਨੇ। ਮੈਨੂੰ ਤੇ ਮੇਰੀ ਵਾਲਦਾ ਨਾਲ ਪਿਆਰ ਵੀ ਬੜਾ ਸੀ। ਸਾਡੀ ਵਾਲਦਾ ਦਰਵੇਸ਼ ਸਿਫਤ ਇਨਸਾਨ ਸਨ। ਉਹਨਾਂ ਨੇ ਸਾਰੀ ਜ਼ਿੰਦਗੀ, ਅਸੀਂ ਲੋਕਾਂ ਨਾਲ ਲੜਾਈ ਝਗੜਾ ਕਰ ਲੈਂਦੇ ਸਾਂ, ਲੇਕਿਨ ਸਾਡੀ ਵਾਲਦਾ ਨੇ ਨਾ ਕਦੇ ਕਿਸੇ ਦੇ ਬੱਚੇ ਨੂੰ ਗਾਲ ਕੱਢੀ ਸੀ, ਨਾ ਸਾਨੂੰ ਕੱਢੀ ਸੀ। ਵਾਲਦਾ ਦਾ ਚਿਹਰਾ ਨਾ ਵੇਖਣਾ, ਜਨਾਜ਼ਾ ਨਾ ਪੜ੍ਹਨਾ, ਉਹ ਮੇਰੇ ਲਈ ਤੁਸੀਂ ਮਹਿਸੂਸ ਹੀ ਨਹੀਂ ਕਰ ਸਕਦੇ। ਕੋਈ ਬੰਦਾ ਵੀ ਨਹੀਂ ਮਹਿਸੂਸ ਕਰਦਾ ਕਿ ਮਾਂ ਇੱਕ ਅੱਲਾ ਨੇ ਹੱਸੀ ਬਣਾਈ ਹੈ। ਮੈਂ ਬੜੀ ਦੇਰ, ਤਕਰੀਬਨ 6 ਮਹੀਨੇ ਮਤਲਬ ਜੇਲ੍ਹ ਦੇ ਵਿੱਚ ਮੈਂ ਦੇਰ ਰਾਤ ਇੱਕ ਕਰਕੇ ਤਰਜਮਾ ਤਫਸੀਰ ਪੜ੍ਹ ਕੇ ਉਹਨਾਂ ਵਾਸਤੇ ਦੁਆ ਕਰਦੇ, ਅੱਲਾ ਉਹਨਾਂ ਦੀਆਂ ਅਗਲੀਆਂ ਮੰਜ਼ਲਾਂ ਆਸਾਨ ਫਰਮਾ ਦੇ, ਤੇ ਅੱਲਾ ਮੈਨੂੰ ਵੀ ਸਬਰ ਅਤਾ ਕਰ ਦੇ। ਤੇਰੇ ਕੰਮ ਨੇ, ਸਾਰਿਆਂ ਨੇ ਮੌਤ ਦਾ ਜ਼ਾਇਕਾ ਚੱਖਣਾ ਹੈ। ਮੈਂ ਅੱਲਾ ਕੋਲ, ਲੇਕਿਨ ਉਹ ਮੇਰੇ ਕੋਲ ਬਰਦਾਸ਼ਤ ਨਹੀਂ ਹੋ ਸਕਿਆ ਕਿ ਮੇਰੀ ਵਾਲਦਾ ਦੇ ਅੱਜ ਮੈਂ ਜਨਾਜ਼ੇ 'ਚ ਵੀ ਸ਼ਰੀਕ ਨਹੀਂ ਹੋ ਸਕਿਆ। ਔਰ ਉਹਦੇ 'ਚ ਮੈਂ ਸਭ ਤੋਂ ਵੱਡਾ ਕਸੂਰਵਾਰ ਆਪਣੀ ਅਦਲੀਆ ਨੂੰ ਹੀ ਸਮਝਣਾ। ਇਹਨਾਂ ਦਾ ਨਿਜ਼ਾਮ ਹੋਣਾ ਚਾਹੀਦਾ ਹੈ। ਅਗਰ ਕਿਸੇ ਨਾਲ ਕੋਈ ਐਸਾ ਹੋ ਜਾਏ ਤਾਂ ਇਸਲਾਹ ਦਾ ਮੌਕਾ ਜਿਹੜਾ ਨਾ, ਮੈਂ ਤੇ ਆ ਗਿਆ ਵਾਂ, ਲੇਕਿਨ ਇਸਲਾਹ ਦਾ ਮੌਕਾ ਹਰ ਕੈਦੀ ਨੂੰ ਹੋਣਾ ਚਾਹੀਦਾ। ਜੇਕਰ ਉਹ ਆਪਣੀ ਕੋਈ ਸਲਾਹ ਕਰਨਾ ਚਾਹੁੰਦਾ ਤਾਂ ਉਹਦੀ ਮਦਦ ਹੋਣੀ ਚਾਹੀਦੀ ਹੈ। ਐਸੀਆਂ ਤਨਜ਼ੀਮਾਂ ਬਣ ਜਾਣ ਜਿਹੜੀਆਂ ਉਹਨਾਂ ਕੈਦੀਆਂ ਦੀਆਂ ਬੱਚਿਆਂ ਵਾਸਤੇ ਕੁਝ ਕਰਦਾ। ਅਗਰ ਕੋਈ ਕੈਦੀ ਜੇਲ੍ਹ 'ਚ ਚਲਾ ਜਾਂਦਾ ਤਾਂ ਉਹਦੇ ਬੱਚਿਆਂ ਦਾ ਕੋਈ ਕਸੂਰ ਨਹੀਂ, ਸਾਡਾ ਮਾਸ਼ਰਾ ਉਹਨਾਂ ਨਾਲ ਕੱਟ ਆਫ ਕਰ ਛੱਡਦਾ ਕਿ ਜਰਾਇਮ ਪੇਸ਼ਾ ਨੇ। ਉਹ ਖੁਦਾ ਦੀ ਕਸਮ ਖਾ ਕੇ ਕਹਿਣਾ, ਸਾਰੇ ਲੋਕ ਉੱਥੇ ਜਰਾਇਮ ਪੇਸ਼ਾ ਨਹੀਂ, ਬੜੇ ਮਜ਼ਲੂਮ ਲੋਕ ਉੱਥੇ ਜ਼ਿੰਦਗੀਆਂ ਗੁਜ਼ਾਰੇ, ਜਿਨ੍ਹਾਂ ਦੇ ਘਰਾਂ ਦੀਆਂ ਇਜ਼ਤਾਂ ਮਹਿਫੂਜ਼ ਨਹੀਂ ਰਹੀਆਂ, ਉਹਨਾਂ ਦੇ ਘਰਾਂ ਦੇ ਨਿਜ਼ਾਮ ਤਬਾਹ ਬਰਬਾਦ ਹੋ ਗਏ ਨੇ। ਔਰ ਸਾਡੇ ਮਾਸ਼ਰੇ ਨੇ ਉਹਨਾਂ ਵਾਸਤੇ ਅੱਖਾਂ ਬੰਦ ਕਰ ਲਈਆਂ ਨੇ। ਆਲਾ ਹੁਕਮਰਾਨਾਂ ਅੱਗੇ ਵੀ, ਮਾਸ਼ਰੇ ਅੱਗੇ ਵੀ, ਅਦਲੀਆ ਅੱਗੇ ਵੀ ਮੇਰੀ ਅਪੀਲ ਹੈ ਕਿ ਇਹਨਾਂ ਦਾ ਕੋਈ ਸੱਦੇ ਬਾਪ ਹੋਣਾ ਚਾਹੀਦਾ। ਜਦੋਂ ਤੁਹਾਡੇ ਵਾਲਦ ਸਾਹਿਬ ਦੀ ਵਫਾਤ ਹੋਈ, ਉਦੋਂ ਤੁਸੀਂ ਮਾਸ਼ਾਅੱਲਾ ਜਨਾਜ਼ਾ ਵੀ ਆਪ ਹੀ ਭਰਾਇਆ ਸੀ। ਕਿਉਂ ਨਹੀਂ ਤੁਸੀਂ ਜ਼ਰੂਰੀ ਸਮਝਿਆ ਕਿ ਉਹਨਾਂ ਦਾ ਜਨਾਜ਼ਾ ਕੋਈ ਕਾਰੀ ਹਜ਼ਰਤ ਭਰਾਨ, ਕੋਈ ਅਲਾਮਾ ਹਜ਼ਰਤ ਭਰਾਨ, ਕਿਉਂ ਤੁਸੀਂ ਆਪ ਹੀ ਜਨਾਜ਼ਾ ਭਰਾਇਆ? ਮੈਨੂੰ ਦੀਨ ਦੀ ਸਮਝ ਅੱਲਾ ਨੇ ਅਤਾ ਕਰ ਦਿੱਤੀ ਸੀ। ਮੈਂ ਦਰਸੇ ਨਿਜ਼ਾਮੀ ਕੀਤਾ ਸੀ। ਨੇਕ ਔਲਾਦ ਹੀ ਤੇ ਵਾਲਿदैन ਵਾਸਤੇ ਸਦਕਾ ਜਾਰੀਆ। ਜਿਸ ਖਲੂਸ ਨਾਲ, ਜਿਸ ਇਖਲਾਸ ਨਾਲ ਔਲਾਦ ਮਾਂ ਬਾਪ ਵਾਸਤੇ ਦੁਆ ਕਰ ਸਕਦੀ, ਦੁਨੀਆ ਦਾ ਕੋਈ ਮੌਲਵੀ ਨਹੀਂ ਕਰ ਸਕਦਾ। ਅਸੀਂ ਮੌਲਵੀਆਂ ਨੂੰ ਉਸ ਤਰ੍ਹਾਂ ਰੱਖ ਲਿਆ ਹੈ। ਸਾਡਾ ਮੌਲਵੀ ਅੱਜ ਖਿਤਾਬ ਕਰਕੇ ਤੇ ਪੁੱਛਦਾ ਹੈ ਕਿ ਮੈਂ ਬੱਲੇ ਕਰਾਤੀ ਹੈ। ਅੱਜ ਸਾਡਾ ਜੱਜ ਫੈਸਲਾ ਕਰਨ ਤੋਂ ਬਾਅਦ ਪੁੱਛਦਾ ਹੈ ਕਿ ਮੇਰੇ ਫੈਸਲੇ 'ਚ ਤਾਕਤ ਹੈ ਸੀ। ਕੋਈ ਬੰਦਾ ਅੱਲਾ ਦੀ ਰਜ਼ਾ ਵਾਸਤੇ ਜਦੋਂ ਅਸੀਂ ਕੋਈ ਕੰਮ ਕਰਾਂਗੇ ਜਿਹਦੇ 'ਚ ਇਖਲਾਸ ਹੋਏਗਾ, ਤਾਂ ਸਿਰਫ ਔਲਾਦ ਹੈ ਜਿਹੜੀ ਮਾਂ ਬਾਪ ਨਾਲ ਇਖਲਾਸ ਨਾਲ ਪੇਸ਼ ਆ ਸਕਦੀ ਹੈ। ਉਹਦਾ ਜਨਾਜ਼ਾ ਵੀ ਆਪ ਪੜ੍ਹਾਉਣਾ ਚਾਹੀਦਾ ਔਰ ਉਹਨਾਂ ਨੂੰ ਗੁਸਲ ਵੀ ਆਪ ਹੀ ਦੇਣਾ ਚਾਹੀਦਾ। ਉਹਨੂੰ ਕਿਸੇ ਦਾ ਮੁਹਤਾਜ ਨਹੀਂ ਕਰਨਾ ਚਾਹੀਦਾ। ਅੱਲਾ ਨਾ ਕਰੇ ਕੋਈ ਐਬ ਵੈਲ ਵੀ ਹੋਵੇ, ਔਲਾਦ ਤੇ ਪਰਦਾ ਪਾ ਸਕਦੀ ਹੈ, ਜ਼ਮਾਨੇ ਦਾ ਕੋਈ ਮੌਲਵੀ ਪਰਦਾ ਨਹੀਂ ਪਾ ਸਕਦਾ। ਅੱਛਾ, ਮਾਸ਼ਾਅੱਲਾ ਤੁਸੀਂ ਦਰਸੇ ਨਿਜ਼ਾਮੀ ਕੀਤਾ ਹੈ। ਇਸ ਵਕਤ, ਮੌਜੂਦਾ ਵਕਤ ਤੁਹਾਨੂੰ ਕਿੰਨੀਆਂ ਕੁ ਹਦੀਸਾਂ ਯਾਦ ਨੇ? ਮੈਨੂੰ ਤਕਰੀਬਨ 1000 ਹਦੀਸ ਜ਼ਬਾਨੀ ਯਾਦ ਹੈ। ਤੇ ਜਦੋਂ ਦੋਸਤਾਂ 'ਚ ਬਹੀਦਾ, ਮਤਲਬ ਇਹ ਸਾਡੇ, ਮੈਂ ਆਪਣੇ ਦੋਸਤਾਂ ਨੂੰ ਕਦੇ ਤਬਲੀਗ ਕਰਾਂ ਤਾਂ ਮੇਰੀ ਜ਼ਿੰਦਗੀ ਨੂੰ ਸੋਚ ਕੇ ਕਹਿੰਦੇ ਨੇ, ਯਾਰ ਕੁਝ ਵੀ ਜ਼ਾਇਆ ਨਹੀਂ ਹੋਇਆ। ਅੱਲਾ ਨੇ ਤੈਨੂੰ ਦੀਨ ਦੀ ਸਮਝ ਦਿੱਤੀ ਹੈ, ਕੋਸ਼ਿਸ਼ ਕਰਨੇ, ਐਫਰਟ ਕਰਨੇ ਆ। ਬਹਰਹਾਲ ਦੀਨ ਨੂੰ ਸਿੱਖਣ ਦੇ ਨਾਲ ਜਿੰਨਾ ਦੁਨੀਆ ਸਿੱਖੀ ਹੈ ਨਾ, ਮੈਂ ਸਮਝਣਾ ਕਿ ਸਿਰਫ ਜੰਨਤ ਮਸਜਿਦ 'ਚ ਨਹੀਂ, ਕੁਰਾਨ ਪਾਕ 'ਚ ਨਹੀਂ, ਮੇਰੇ ਨਜ਼ਦੀਕ ਜੰਨਤ ਜਿਹੜੀ ਹੈ ਉਹ ਰਿਜ਼ਕੇ ਹਲਾਲ 'ਚ,
ਉਹਦੇ ਵਾਸਤੇ ਤੁਸੀਂ ਕਿਸਾਨ ਦੀ ਸੀਟ ਤੇ ਬੈਠੇ ਹੋ। ਅਗਰ ਉਹ ਇਮਾਨਦਾਰੀ ਨਾਲ ਆਪਣੇ ਹਲ ਚਲਾ ਕੇ ਫਸਲ ਨੂੰ ਕਾਸ਼ਤ ਕਰਦਾ ਹੈ, ਉਹਦੇ 'ਚ ਕੋਈ ਧੋਖਾ ਦਗਾ ਨਹੀਂ ਕਰਦਾ, ਤੇ ਉਹ ਅੱਲਾਹ ਉਹਨੂੰ ਆਖਿਆ ਕਿ ਅਲ ਕਾਸਿਬੂ ਹਬੀਬੁੱਲਾ। ਅਗਰ ਕੋਈ ਸਿਪਾਹੀ ਆਪਣੀ ਇਮਾਨਦਾਰੀ ਨਾਲ ਡਿਊਟੀ ਕਰਦਾ ਹੈ ਤੇ ਅੱਲਾਹ ਨੇ ਉਹਦੇ ਵਾਸਤੇ ਵੀ ਜੰਨਤ ਰੱਖੀ ਹੈ। ਅਗਰ ਕੋਈ ਮਜ਼ਦੂਰ ਆਪਣੀ ਮਜ਼ਦੂਰੀ ਧਿਆਨ ਨਾਲ ਕਰਦਾ, ਅੱਲਾਹ ਨੇ ਉਹਦੇ ਲਈ ਵੀ ਜੰਨਤ ਰੱਖੀ ਹੈ। ਅਗਰ ਉਸਤਾਦ ਆਪਣੀ ਕੁਰਸੀ ਤੇ ਬਹਿ ਕੇ ਮਨਸਬ ਨੂੰ ਸਹੀ ਇਸਤੇਮਾਲ ਕਰਦਾ ਹੈ, ਅੱਲਾਹ ਨੇ ਉਹਦੇ ਲਈ ਵੀ ਜੰਨਤ ਰੱਖੀ ਹੈ। ਜੰਨਤ ਮਾਸ਼ਰੇ ਦੀ ਜ਼ਿੰਦਗੀ ਦੇ ਵਰਤਾਓ ਦਾ ਨਾਂ ਜੰਨਤ ਹੈ, ਮਸਜਿਦ ਦਾ ਨਾਂ ਜੰਨਤ ਨਹੀਂ। ਕਰਦਾਰ ਬਾਹਰ ਦਰੁਸਤ ਹੋਏ ਤੇ ਇਹ ਤੇ ਅੱਲਾਹ ਦਾ ਆਸਾਨ ਹੈ ਕਿ ਅੱਲਾਹ ਸਾਨੂੰ ਚੁਣ ਲਵੇ ਕਿ ਆਪਣੀ ਮਸਜਿਦ 'ਚ ਆਉਣ ਦੀ ਤੌਫੀਕ ਦੇ ਦੇਵੇ। ਪਹਿਲੋਂ ਤੁਹਾਡਾ ਇਨਸਾਨਾਂ ਨਾਲ ਵਬਸਤਾ ਵਾ ਤੇ ਇਹਨਾਂ ਨਾਲ ਆਪਣੇ ਅੱਛੇ ਮਾਮਲਾਤ ਨੂੰ ਤੈਅ ਕਰਨਾ ਚਾਹੀਦਾ। ਸਾਡੇ ਨਾਜ਼ਰੀਨ ਨੂੰ ਪੈਗਾਮ ਕੀ ਦੇਣਾ ਚਾਹੋਗੇ? ਇੱਕ ਹਦੀਸ ਦੀ ਸੂਰਤ ਦੇ ਵਿੱਚ ਸਾਡੇ ਨਾਜ਼ਰੀਨ ਨੂੰ ਪੈਗਾਮ ਦਿਓਗੇ? ਮੈਂ ਇਸ ਤਰ੍ਹਾਂ ਪੈਗਾਮ ਦਿਆਂਗਾ ਕਿ ਕਿਉਂਕਿ ਰਸੂਲੁल्लाह सल्लल्लाहु अलैहि वसल्लम ने फरमाया है सारी कायनात ਦੇ ਲੋਕ ਹੀ ਗੁਨਾਹਗਾਰ ਨੇ। ਬਿਹਤਰੀਨ ਗੁਨਾਹਗਾਰ ਉਹ ਨੇ ਜਿਹੜੇ ਅੱਲਾਹ ਕੋਲੋਂ ਤੋਬਾ ਕਰ ਲੈਂਦੇ ਨੇ। ਗਲਤੀਆਂ ਸਾਡੇ ਕੋਲੋਂ ਹੋ ਜਾਣੀਆਂ ਨੇ, ਸਾਰੀ ਜ਼ਿੰਦਗੀ ਹੋਣੀਆਂ ਨੇ। ਅੱਲਾਹ ਕੋਲੋਂ ਤੋਬਾ ਕਰ ਲਓ ਤੇ ਸੱਚੇ ਦਿਲ ਨਾਲ ਕਰ ਲਵੋ। ਯਾ ਅਯੁਹੱਲਜ਼ੀਨਾ ਆਮਨੂ ਤੂਬੂ ਇਲੱਲਾਹਿ ਤੌਬਤਨ ਨਸੂਹਾ, ਉਹ ਤੋਬਾ ਕਰੋ ਜਿਹੜੀ ਨਸੂਹਾ ਨੇ ਕੀਤੀ ਸੀ। ਜੇ ਅੱਲਾਹ ਨਾਰਾਜ਼ ਹੋ ਜਾਏ ਤੇ ਨਸੂਹਾ ਵਾਲੀ ਤੋਬਾ ਤੇ ਅੱਲਾਹ ਮੰਨ ਜਾਂਦਾ ਹੈ। ਤੇ ਮੇਰਾ ਸਾਰੇ ਭਾਈਆਂ ਨੂੰ ਇਹ ਪੈਗਾਮ ਹੈ ਕਿ ਨਸੂਹਾ ਵਾਲੀ ਤੋਬਾ ਕਰੋ। ਜਿਹੜੀ ਜ਼ਿੰਦਗੀ ਗੁਜ਼ਰ ਗਈ ਉਹਨੂੰ ਭੁੱਲ ਜਾਵੋ, ਜਿਹੜੀ ਅੱਗੋਂ ਗੁਜ਼ਾਰਨੀ ਹੈ ਉਹਦੇ 'ਚ ਨਾ ਕਿਸੇ ਦਾ ਨੁਕਸਾਨ ਕਰੋ। ਕੋਸ਼ਿਸ਼ ਕਰਕੇ ਆਪਣੀ ਜ਼ਬਾਨ ਤੋਂ ਹੱਥ ਤੋਂ ਕਿਸੇ ਦਾ ਨੁਕਸਾਨ ਨਾ ਹੋਵੇ। ਜੇ ਕੁਝ ਬਿਹਤਰ ਕਰ ਸਕਦੇ ਹੋ ਮਾਸ਼ਰੇ ਵਾਸਤੇ ਤੇ ਕਰ ਦਿਓ, ਨਹੀਂ ਤੇ ਕਮ ਅਜ਼ ਕਮ ਮੇਰਾ ਤੁਹਾਨੂੰ ਪੈਗਾਮ ਹੈ ਜੰਨਤ ਦਾ ਇੱਕ ਪੈਮਾਨਾ ਫਿੱਟ ਕਰ ਲਵੋ। ਜੇ ਤੁਹਾਨੂੰ ਮਾਸ਼ਰੇ ਦੇ 51% ਲੋਕ ਅੱਛਾ ਆਉਂਦੇ ਨੇ ਤਾਂ ਇਹ ਇਨਸ਼ਾਅੱਲਾ ਜੰਨਤ 'ਚ ਚਲੇ ਜਾਓਗੇ। ਜੇ 51% ਭੈੜਾ ਆਉਂਦੇ ਨੇ ਤੇ ਜਹੰਨਮ ਤੁਹਾਡਾ ठिकाना है। नाज़रीन इकराम, आपने राना इरशाद साहब की स्टोरी रोदास समात फरमाई। बेगुनाह थे, बेगुनाह होने के बावजूद भी जेल के अंदर गए। 25 साल की सज़ा हुई, लेकिन अपने आला किरदार की वजह से इनको 10 साल सज़ा दे दी गई। लेकिन फिर भी अपनी सारी जवानी इन्होंने जेल के अंदर गुजारी है। मैं उन तमाम अदारों से सवाल करता हूँ जो अदल फराहम करते हैं। मैं उन तमाम अदारों से सवाल करता हूँ जो मसावात की बात करते हैं। क्या यही हमारे मुल्क के अंदर इंसाफ का मुकाम रह चुका है? क्या यही हमारे मुल्क के अंदर इंसाफ का पैमाना रह चुका है कि एक बेगुनाह इंसान को जेल के अंदर डाला जाता है और उसकी सारी जवानी वहीं गुजर जाती है? पीछे से माँ वफात पा जाती है, माँ के जनाजे में शिरकत करने की इजाज़त नहीं दी जाती। क्या यही मुल्क के अंदर इंसाफ का तराजू है? कि यही मुल्क के अंदर अदल का तराजू है? नाज़रीन इकराम, ये जो आपने स्टोरी समात फरमाई मुकम्मल तौर पे हक़ाइक़ पे मबनी थी। इसमें हमने अपनी तरफ से एक बात भी ऐड नहीं की जो हक़ाइक़ पे मबनी ना हो। टोटली ये स्टोरी हक़ाइक़ पे मबनी थी। और मैं तमाम अदारों से ख़ास तौर पे अपने हुक्मरानों से गुजारिश करता हूँ, अल्लाह के नाम पे मुल्क के अंदर इंसाफ कायम कीजिए, मुल्क के अंदर इंसाफ कायम कीजिए। अपने मेज़बान अली हसन को दीजिए इजाज़त। अल्लाह हाफ़िज़।